ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਮੈਂ ਅਮਰਜੀਤ ਕੌਰ ਦੁਆ ਫਿਰ ਆਪ ਜੀ ਦੇ ਨਾਲ ਸਤਸੰਗ ਕਰਨ ਆਈ ਹਾਂ। ਇਸ ਏਕ ਓਂਕਾਰ, ਇੱਕ ਪਰਮ ਪਿਤਾ, ਇੱਕ ਪਰਮਾਤਮਾ ਦੇ ਪ੍ਰੋਗਰਾਮ ਵਿੱਚ ਅਸੀਂ ਉਸ ਨੂੰ ਖੋਜ ਕਰ ਰਹੇ ਹਾਂ, ਉਸ ਇੱਕ ਓਂਕਾਰ ਨੂੰ ਸਮਝ ਰਹੇ ਹਾਂ ਅਤੇ ਜਪਜੀ ਸਾਹਿਬ ਦੁਆਰਾ ਆਪਾਂ ਰਲ ਮਿਲ ਕੇ ਪਿਆਰ ਦੇ ਨਾਲ ਗੁਰੂ ਦੀ ਗੱਲ ਦੀ ਗਹਿਰਾਈ ਵਿੱਚ ਜਾ ਰਹੇ ਹਾਂ। ਇੱਕ ਇੱਕ ਗੱਲ ਨੂੰ, ਇੱਕ ਇੱਕ ਹੀਰਾ ਨੂੰ, ਇੱਕ ਇੱਕ ਰਤਨ ਨੂੰ ਅਸੀਂ ਕਿਵੇਂ ਚੁਣ ਚੁਣ ਕੇ ਸਮਝ ਰਹੇ ਹਾਂ ਅਤੇ 8 ਪੌੜੇ ਕਰ ਚੁੱਕੇ ਹਾਂ ਅਤੇ ਅੱਜ 9ਵੀਂ ਪੌੜੀ ਤੱਕ ਪਹੁੰਚ ਚੁੱਕੇ ਹਾਂ। ਪਿਛਲੇ ਪੌੜੀ ਅਸੀਂ ਸ਼ੁਰੂ ਕੀਤਾ ਹੈ ਸੁਣਿਆ ਦੀ ਗੱਲ, ਕਿ ਸੁਣਨ ਦੀ ਕਿੰਨੀ ਲੋੜ ਹੈ ਰੱਬ ਨੂੰ ਸਮਝਣ ਦਾ, ਰੱਬ ਦੇ ਨੂੰ ਪਾਉਣ ਦਾ, ਰੂਹਾਨੀਅਤ 'ਤੇ ਚੱਲਣ ਦਾ। ਵੈਸੇ ਦੁਨਿਆਵੀ ਪੜ੍ਹਾਈ ਵਿੱਚ ਵੀ ਸਾਨੂੰ ਸੁਣਨਾ ਹੀ ਪੈਂਦਾ। ਅਸੀਂ ਸਕੂਲ ਜਾਂਦੇ ਹਾਂ ਸੁਣਨ ਵਾਸਤੇ, ਮਤਲਬ ਦੁਨਿਆਵੀ ਨੌਲੇਜ ਨੂੰ ਪੜ੍ਹਨ ਵਾਸਤੇ, ਸਮਝਣ ਵਾਸਤੇ ਅਸੀਂ ਸਕੂਲ ਜਾਂਦੇ ਹਾਂ, ਟੀਚਰ ਦੀ ਗੱਲਾਂ ਸੁਣਦੇ ਹਾਂ, ਕਿਤਾਬਾਂ ਪੜ੍ਹਦੇ ਹਾਂ। ਕਿਤਾਬਾਂ ਨੀਰੀਆਂ ਘਰ ਵਿੱਚ ਬਹਿ ਕੇ ਪੜ੍ਹ ਕੇ ਸਾਨੂੰ ਗਿਆਨ ਤਾਂ ਨਹੀਂ ਮਿਲ ਸਕਦਾ। ਕੋਈ ਟੀਚਰ ਦੀ ਲੋੜ ਹੈਗੀ, ਮਤਲਬ ਸੁਣਨ ਦੀ ਗੱਲ ਹੈਗੀ, ਕਿਸੇ ਦੀ ਗੱਲ ਤਾਂ ਸੁਣਨੀ ਪਏਗੀ। ਅਤੇ ਪਿਛਲੀ ਵਾਰੀ ਅਸੀਂ ਇਹ ਧਿਆਨ ਕੀਤਾ ਹੈ ਕਿ ਅਸੀਂ ਉਸ ਦੀ ਗੱਲ ਸੁਣਨੇ ਜੋ ਸਿਰਫ ਬਾਂਸ ਬਣੇ ਅਤੇ ਅਕਾਲ ਪੁਰਖ ਖੁਦ ਉਸ ਨੂੰ ਯੂਜ਼ ਕਰ ਰਿਹਾ ਹੈ, ਉਸ ਨੂੰ ਇੰਸਟਰੂਮੈਂਟ ਬਣਾ ਰਿਹਾ, ਨਿਮਿਤ ਬਣਾ ਰਿਹਾ, ਤਾਂ ਕਿ ਅਸੀਂ ਉਸ ਅਕਾਲ ਪੁਰਖ ਦੀ ਗੱਲ ਨੂੰ ਸਮਝੀਏ। ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀਆਂ ਜਾਂ ਸਾਧ, ਜਿਸ ਦੀ ਸੰਗਤ ਅਸੀਂ ਕਰਨੀ ਚਾਹੀਦੀ ਤਾਂ ਕਿ ਸਾਨੂੰ ਗੁਰੂ ਦੀ, ਅਕਾਲ ਪੁਰਖ ਦੀ ਗਹਿਰਾਈ ਦੀ ਗਿਆਨ ਸੁਣਨ ਨੂੰ ਮਿਲੇ, ਸਮਝਣ ਨੂੰ ਮਿਲੇ। ਸੁਣ ਸੁਣ ਕੇ ਅਸੀਂ ਸਮਝਾਂਗੇ। ਸੁਣ ਸੁਣ ਜੀਵਾਂ ਤੇਰੀ ਬਾਣੀ, ਬਹੁਤ ਸੋਹਣੀ ਪੰਕਤੀ ਹੈ। ਸੁਣ ਸੁਣ ਜੀਵਾਂ ਤੇਰੀ ਬਾਣੀ, ਮਤਲਬ ਸੁਣ ਸੁਣ ਕੇ ਮੈਂ ਤੇਰੀ ਬਾਣੀ ਨੂੰ ਜਿਉਂ। ਅਤੇ 9ਵੀਂ ਪੌੜੀ ਵਿੱਚ ਸੁਣੈ ਈਸਰ ਬਰਮਾ ਇੰਦ, ਸੁਣੈ ਮੁਖ ਸਲਾਹਣ ਮੰਦ, ਸੁਣੈ ਜੋਗ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ दुख पाप का नाश। तो आपने पहचान लिया होगा कि ये लास्ट 2 लाइन्स सेम है। तो सुने दी पंक्ति दे लास्ट 2 लाइन्स 4 पौड़ियां ने सुने दे उत्ते। असी सुने दी दूजी पौड़ी कर रहे हैं जो जपजी साहिब दी 9th पौड़ी है। तो लास्ट लाइन फायदा दसदी है, गुरु दसते ने गुरु जी फिर सानू कि दुख पाप का नाश हुंदी है। 4 वारी दसते ने, हर एक पौड़ी के एंडिंग में दसते ने कि ये गल हकीकत है। इन्नी हकीकत है कि 4 वारी उन्होंने सानू दसिया ताकि साडी कान जो सुन रहे इस गल नू पा लईए कि दुख नू नाश करना चाहते, पाप नू नाश करना चाहते, तो सुनना पेगा। की सुनना पेगा? अकाल पुरख की गल, उसकी गल सुनना पेगा। नानक भगतां सदा विगास, मतलब असी भगत बनना। ये नहीं कि कोई भगत है वो विगास ने, वो मतलब कि वो उसकी अवस्था अच्छी है, नहीं। इत्थे गुरु नानक उस अकाल पुरख की गल करते पे कि फिर नानक दे थले औंकड़ कुछ नहीं, कोई मात्रा नहीं। नानक प्योर है, मतलब कि अकाल पुरख का रूप है। इत्थे अकाल पुरख की बाणी है। तो वो कहते हैं भगतां सदा विगास, मतलब असी खुद भगत बनीए तो सदा खुश रहिए, सदा बेपरवाह रहिए, सदा लई मतलब कि शक्तिशाली रहिए। तो ये असी बनना है। तो एक एक पंक्ति नू असी समझिए कि गुरु जी की कह रहे हैं। The power, blessings of having heard, listened from the core of the being are ever so abundant. Guruji says any normal being thus attains Shiv, Brahma or Indra's heavenly stature. Even a bad person begins miraculously praising his everlasting nature.
one realizes the entrapments of the enticements of the senses, of sight, smell, taste, touch, and all those enticing praises. One thus understands the secret way to meet him, the path to purity and egolessness within. The depths of the Holy Scriptures are felt, experienced, not merely recited, verbalized, explained. The power of listening is ever so abundant. The listeners radiate with inner happiness, cause listening has dissolved all sin and sadness. ਤੇ ਗੁਰੂ ਕਹਿੰਦੇ ਨੇ ਸੁਣਨ ਦੇ ਨਾਲ ਈਸ਼ਰ ਬਰਮਾ ਤੇ ਇੰਦ ਦੇ ਅਵਸਥਾ ਅਸੀਂ ਪ੍ਰਾਪਤ ਕਰ ਸਕਦੇ ਹਾਂ। ਜੇ ਅਸੀਂ ਸ਼ਿਵ ਵਰਗਾ ਬਣਨਾ ਹੈ, ਪਰਮਾਤਮਾ ਵਰਗਾ ਬਣਨਾ ਹੈ, ਤੇ ਸੁਣਨਾ ਪਏਗਾ। ਜੇ ਅਸੀਂ ਬ੍ਰਹਮਾ ਵਰਗਾ ਬਣਨਾ ਹੈ ਤੇ ਫਿਰ ਅਸੀਂ ਸੁਣਨਾ ਪਏਗਾ ਉਸ ਦੀ ਗੱਲ। ਤੇ ਜੇ ਅਸੀਂ ਇੰਦਰ ਵਰਗਾ ਬਣਨਾ ਹੈ ਤੇ ਫਿਰ ਅਸੀਂ ਉਸ ਦੀ ਗੱਲ ਨੂੰ ਸੁਣਨਾ ਪਏਗਾ। ਮਤਲਬ ਦੇਵੀ ਦੇਵਤਾ ਵਰਗਾ ਬਣ ਸਕਨੇ ਹਾਂ, ਬ੍ਰਹਮਾ ਵਰਗਾ ਬਣ ਸਕਨੇ ਹਾਂ, ਖੁਦ ਰੱਬ ਵਰਗਾ ਬਣ ਸਕਨੇ ਹਾਂ ਜੇ ਅਸੀਂ ਉਸ ਦੀ ਗੱਲ ਨੂੰ ਸੁਣਾਂਗੇ। ਸੁਣੇ ਮੁਖ ਸਲਾਹਣਮੰਦ, ਮਤਲਬ ਕਿ ਜੋ ਮੰਦੇ ਹੈ, ਜੋ ਬੁਰੇ ਲੋਕ ਹੈ, ਉਹ ਵੀ ਸਲਾਹ ਕਰਦੇ ਨੇ, ਆਪਣੇ ਮੁਖ ਦੇ ਨਾਲ ਰੱਬ ਦੀ ਸਲਾਹ ਕਰਦੇ ਨੇ ਅਤੇ ਸੁਣਨ ਦੇ ਨਾਲ ਹੀ ਤੇ ਕਰਦੇ ਨੇ। ਜਿਵੇਂ ਅਸੀਂ ਵੀ ਭੈੜੇ ਸਾਂ, ਅਸੀਂ ਵੀ ਪਾਪੀ ਸਾਂ, ਅਸੀਂ ਹਾਲੇ ਵੀ ਹੈ। ਸੋ ਸੁਣਨ ਦੇ ਨਾਲ ਅਸੀਂ ਜਿਹੜੇ ਮੰਦੇ ਹਾਂ, ਸਾਡੇ ਮਨ ਵਿੱਚ ਜਿਹੜੀ ਗੰਦਗੀ ਹੈ, ਅਸੀਂ ਰੱਬ ਦੀ ਸਿਫਤ ਸੁਣਨ ਦੇ ਨਾਲ ਅਸੀਂ ਵੀ ਰੱਬ ਦੀ ਸਿਫਤ ਕਰ ਸਕਦੇ ਹਾਂ। ਰੱਬ ਕਹਿੰਦੇ ਨੇ ਅਸੀਂ ਉਸ ਦੀ ਗੱਲ ਸੁਣ ਸਕਦੇ ਹਾਂ ਅਤੇ ਫਿਰ ਆਪਣੇ ਮੂੰਹ ਵੀ ਸਿਫਤ ਕਰਾਂਗੇ ਸੁਣਨ ਦੇ ਨਾਲ। ਸੁਣਾਂਗੇ ਨੇ ਉਸ ਦੀ ਗੱਲ ਅਤੇ ਫਿਰ ਅਸੀਂ ਜਿਹੜੇ ਅਸੀਂ ਮੰਦੇ ਹਾਂ ਜਾਂ ਕੋਈ ਮੰਦਾ ਆਦਮੀ ਵੀ ਰੱਬ ਦੀ ਸਿਫਤ ਕਰ ਸਕਦੇ ਨੇ। ਸੁਣੇ ਜੋਗ ਜੁਗਤ ਤਨ ਭੇਦ, ਸੁਣੇ ਜੋਗ ਜੁਗਤ ਤਨ ਭੇਦ। ਉਸ ਦੇ ਨਾਮ ਲੈਣ ਦੇ ਨਾਲ ਆਪਣੇ ਤਨ ਦੇ ਸਾਰੇ ਭੇਦ ਨੂੰ ਵੀ ਅਸੀਂ ਸਮਝ ਸਕਦੇ ਹਾਂ। ਅਸੀਂ ਫਿਰ ਮਤਲਬ ਕਿ ਕਿਵੇਂ ਰੱਬ ਦੇ ਨਾਲ ਜੋੜਨਾ, ਯੋਗ ਕਿਵੇਂ ਕਰਨਾ, ਜੁੜਨਾ ਕਿਵੇਂ ਉਸ ਦੇ ਨਾਲ, ਉਹ ਸਮਝ ਜਾਂਗੇ। ਇਹ ਸਰੀਰ ਦੇ ਸਾਰੇ ਭੇਦ ਸਮਝ ਜਾਂਗੇ। ਜਿਵੇਂ ਕਿ ਅਸੀਂ ਸਮਝ ਚੁੱਕੇ ਹਾਂ ਕਿ ਅਸੀਂ ਇਹ ਸਰੀਰ ਹੈ, ਅਲੱਗ ਹੈ ਅਤੇ ਆਤਮਾ ਮਨ ਦੇ ਵਿੱਚ ਟਿਕੀ ਹੋਈ ਹੈ, ਆਤਮਾ ਪ੍ਰਕਿਰਤੀ ਦੇ ਵਿੱਚ ਟਿਕੀ ਹੋਈ ਹੈ। ਅਤੇ ਇਹ ਯੋਗ ਕਿਵੇਂ ਕਰਨਾ, ਮਤਲਬ ਮਨ ਦੇ ਵਿਜ਼ਨ ਦੇ ਵਿੱਚ ਆਪਣੇ ਆਪ ਨੂੰ ਵੇਖਣਾ ਅਤੇ ਉਹ ਰੱਬ ਨੂੰ ਪਾਉਣਾ। ਇਹ ਸਾਰਾ ਕੁਝ ਅਸੀਂ ਕਿਵੇਂ ਕਰ ਰਹੇ ਹਾਂ? ਸੁਣਨ ਦੇ ਨਾਲ। ਅਸੀਂ ਸੁਣਿਆ ਕਿ ਇਸ ਤਰ੍ਹਾਂ ਕਰਨਾ, ਫਿਰ ਮਨ ਦੀ ਅੱਖ ਦੇ ਨਾਲ ਅਸੀਂ ਵੇਖਿਆ ਅਤੇ ਅਸੀਂ ਉਹ ਕਰ ਰਹੇ ਹਾਂ। ਅਤੇ ਇਹੀਓ ਗੁਰੂ ਕਹਿੰਦੇ ਨੇ ਸੁਣਨ ਦੇ ਨਾਲ ਜੋਗ ਜੁਗਤ ਤਨ ਭੇਦ। ਅਸੀਂ ਸਾਰੇ ਇਸ ਸਰੀਰ ਦੇ ਸੀਕਰੇਟਸ ਨੂੰ ਜਾਣ ਚੁੱਕੇ ਹਾਂ ਅਤੇ ਜੋਗ ਜੁਗਤ ਕਿਵੇਂ ਕਰਨੇ ਉਹ ਵੀ ਜਾਣ ਚੁੱਕੇ ਹਾਂ। ਅਤੇ ਰੱਬ ਦੇ ਨਾਂ ਕਿਵੇਂ ਲੈਣਾ, ਰੱਬ ਦੇ ਨਾਲ ਕਿਵੇਂ ਇੱਕਮਿਕ ਹੋਣਾ, ਉਸ ਦੇ ਸੀਕਰੇਟਸ, ਸਰੀਰ ਦੇ ਸੀਕਰੇਟਸ। ਕਿਉਂਕਿ ਰੱਬ ਨੂੰ ਜੁੜਨ ਦੇ ਨਾਲ ਅਸੀਂ ਜੁੜਾਂਗੇ, ਪਰਮਾਤਮਾ ਸਾਡੇ ਮਨ ਵਿੱਚ ਆਏਗਾ। ਤੁਸੀਂ ਸੋਚੋ ਜੇ ਪਰਮਾਤਮਾ ਇੰਨੀ ਵੱਡੀ ਸ਼ਕਤੀ ਹੈ, ਅਸੀਂ ਉਸ ਨੂੰ ਯਾਦ ਕਰਾਂਗੇ, ਮਤਲਬ ਕਿ ਉਹ ਸਾਡੇ ਮਨ ਦੇ ਅੰਦਰ ਆਏ। ਯਾਦ ਦਾ ਮਤਲਬ ਅਸੀਂ ਰੱਬ ਨੂੰ ਆਪਣੇ ਮਨ ਦੇ ਅੰਦਰ ਬੁਲਾਇਆ, ਉਸ ਨੂੰ ਲਿਆਉਂਦਾ। ਅਤੇ ਜਦੋਂ ਰੱਬ ਸਾਡੇ ਮਨ ਦੇ ਅੰਦਰ ਆ ਚੁੱਕੇ ਅਤੇ ਆਏ ਅਤੇ ਅਸੀਂ ਉਸ ਨੂੰ ਫੀਲ ਕਰ ਰਹੇ ਹਾਂ, ਇਸ ਵਾਸਤੇ ਅਸੀਂ ਕਹਿੰਦੇ ਰੱਬ ਕੋਲ ਹੈ। ਫਿਰ ਉਸ ਦੀ ਕਿਰਨੇ ਦੇ ਰਾਹੀਂ, ਉਸ ਦੀ ਸ਼ਕਤੀ ਦੇ ਰਾਹੀਂ ਸਰੀਰ 'ਤੇ ਕਿੰਨੀ ਪ੍ਰਭਾਵ ਪੈਗੀ, ਕਿੰਨੀ ਅਸੀਂ ਇਸ ਸਰੀਰ ਦੇ ਸੀਕਰੇਟਸ, ਸਰੀਰ ਦੇ ਦੁੱਖ ਦਰਦ ਵਗੈਰਾ ਸਭ ਠੀਕ ਕਰ ਸਕਦੇ ਹਾਂ। ਅੰਦਰ ਹੀ ਠੀਕ ਹੋ ਜਾਏਗਾ। ਮਤਲਬ ਕਿ ਬੇਸ਼ੱਕ ਕਈ ਵਾਰੀ ਸਰੀਰ ਨੂੰ ਭੋਗਣਾ ਪੈਂਦਾ, ਕਿਉਂਕਿ ਕਰਮ ਨੂੰ ਕੱਟਣਾ ਹੀ ਹੈ। ਅਸੀਂ ਕੁਛ ਬੁਰਾ ਕੀਤਾ ਹੋਣਾ ਕਿਸੇ ਛਣ ਵਿੱਚ, ਕਿਸੇ ਜੂਨ ਵਿੱਚ, ਕਿਸੇ ਯੁੱਗ ਵਿੱਚ, ਅਤੇ ਅਸੀਂ ਉਸ ਨੂੰ ਸਰੀਰਕ ਤੌਰ 'ਤੇ ਭੋਗਣਾ ਪਏਗਾ, ਪਰ ਮਨ ਦੁਖੀ ਨਹੀਂ ਹੋਏਗਾ। ਜਿਵੇਂ ਜੀਸਸ ਕ੍ਰਾਸ ਉੱਤੇ ਚੜ੍ਹੇ, ਪਰ ਉਹਨਾਂ ਨੇ ਬੋਲਿਆ दाई स्वीट विल बी डन। ਔਰ ਗੁਰੂ ਅਰਜਨ ਦੇਵ ਜੀ ਤੱਤੀ ਤਵਾ 'ਤੇ ਚੜ੍ਹ ਕੇ ਬੋਲਿਆ ਤੇਰਾ ਪਾਣਾ ਮਿੱਠਾ ਲਾਗੇ। ਮਤਲਬ ਕਿ ਸਰੀਰਕ ਤੌਰ 'ਤੇ ਅਸੀਂ ਉੱਪਰ ਚੜ੍ਹ ਸਕਦੇ ਹਾਂ, ਕਿਉਂਕਿ ਅਸੀਂ ਉਸ ਦੇ ਨਾਲ ਜੁੜ ਰਹੇ ਹਾਂ। ਅਤੇ ਉਹੀ ਮਤਲਬ ਤਨ ਦੇ ਉੱਤੇ ਵੀ, ਤਨ ਦਾ ਭੇਦ ਵੀ ਸਮਝ ਸਕਦੇ, ਤਨ ਦੇ ਭੇਦ ਦੇ ਉੱਤੇ ਵੀ ਅਸੀਂ ਜਾ ਸਕਦੇ ਹਾਂ। ਮਤਲਬ ਅਸੀਂ
ਸੁਣਨ ਦੇ ਨਾਲ ਇਹ ਸਾਰਾ ਕੁਝ ਸਮਝ ਸਕਦੇ ਹਾਂ ਤੇ ਕਰ ਸਕਦੇ ਹਾਂ ਤੇ ਕਰ ਰਹੇ ਹਾਂ। ਸੁਨੇ ਸਾਸਤ ਸਿਮਰਤ ਵੇਦ। ਸੁਣਨ ਦੇ ਨਾਲ ਹੀ ਅਸੀਂ ਸ਼ਾਸਤਰ ਸਿਮਰਤ ਭੇਦ ਇਹ ਸਾਰਾ ਕੁਝ ਜਾਣੇ, ਸਿਮਰਨ ਕਿਵੇਂ ਕਰੀਏ, ਤੇ ਇਹ ਸਾਰੇ ਕਿਤਾਬਾਂ ਵੇਦ ਕਤੇਬ ਕੁਰਾਨ ਪੁਰਾਨ ਇਹ ਸਾਰੇ ਕੁਝ ਅਸੀਂ ਸਮਝ ਸਕਦੇ। ਜੇ ਅਸੀਂ ਸੁਣਾਂਗੇ ਨਹੀਂ ਤੇ ਅਸੀਂ ਇਸ ਨੂੰ ਕਿਵੇਂ ਸਮਝਾਂਗੇ। ਤੇ ਮਤਲਬ ਸੁਣਨ ਦੀ ਸ਼ਕਤੀ ਸਭ ਤੋਂ ਪਹਿਲੀ ਹੈ। ਇਹ ਗੁਰੂ ਸਟ੍ਰੈਸ ਕਰ ਰਹੇ ਨੇ ਕਿ ਸਾਨੂੰ ਸੁਣਨਾ ਪਏਗਾ। ਤੇ ਇਸ ਵਾਸਤੇ ਮੈਂ ਵੀ ਇੱਥੇ ਆਉਂਦੀ ਹਾਂ, ਮਾਊਂਟ ਆਬੂ ਜਾਂਦੀ ਹਾਂ ਜਾਂ ਬ੍ਰਹਮਾ ਕੁਮਾਰੀਜ਼ ਦੇ ਕਲਾਸਿਸ ਵਿੱਚ ਜਾਂਦੀ ਹਾਂ ਸੁਣਨ ਵਾਸਤੇ, ਉਸ ਮੁੱਢਲੀ ਉਸ ਰੱਬੀ ਗਿਆਨ ਨੂੰ ਸੁਣਨ ਵਾਸਤੇ, ਤਾਂ ਕਿ ਮੇਰੇ ਅੰਦਰ ਵੀ ਮਨ ਦੀ ਅਵਸਥਾ ਤਾਜ਼ੀ ਰਵੇ ਅਤੇ ਮੈਂ ਵੀ ਸੁਣਨੀ ਹਾਂ। ਅਤੇ ਹੁਣ ਤੁਸੀਂ TV ਰਾਹੀਂ ਇੱਥੇ ਸਾਹਮਣੇ ਬੈਠੇ ਹੋ, ਤੁਸੀਂ ਵੀ ਸੁਣ ਰਹੇ ਹੋ ਰੱਬੀ ਗਿਆਨ। ਮੈਂ ਇੰਸਟਰੂਮੈਂਟ ਨਿਮਿਤ ਹਾਂ, ਰੱਬੀ ਗਿਆਨ ਤੁਹਾਡੇ ਤੱਕ ਪਹੁੰਚਾ ਰਹੀ ਹਾਂ, ਪਰ ਤੁਸੀਂ ਸੁਣ ਰਹੇ ਹੋ। ਸੁਣਨ ਦੀ ਸ਼ਕਤੀ ਤੁਹਾਡੇ ਵਿੱਚ ਹੈ। ਤੁਸੀਂ ਸੁਣੇ, ਉਸ ਨੂੰ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਸਫਲ ਕਰਨੀ ਹੈ। ਮੈਂ ਵੀ ਸੁਣ ਕੇ ਆਪਣੀ ਜ਼ਿੰਦਗੀ ਵਿੱਚ ਸਫਲ ਕਰਨੀ ਹੈ। ਇਹ ਸੁਣਨ ਦੀ ਸ਼ਕਤੀ ਹੈ। ਅਤੇ ਸੁਣੇ ਇਸ ਵਾਸਤੇ ਗੁਰੂ ਸਾਹਿਬ ਨੇ 4 ਪੌੜੀਆਂ ਭਰ ਕੇ ਸੁਣੇ ਦੇ ਬਾਰੇ ਲਿਖਿਆ। ਨਾਨਕ ਭਗਤਾਂ ਸਦਾ ਵਿਗਾਸ। ਉਹੀਓ ਅਸੀਂ ਫਿਰ ਭਰਪੂਰ ਹੋ ਜਾਵਾਂਗੇ ਅਤੇ ਸਦਾ ਖਿਲਾਵਟ ਵਿੱਚ ਖੁਸ਼ੀ ਵਿੱਚ ਆ ਜਾਵਾਂਗੇ। ਅਤੇ ਸੁਣਨ ਦੇ ਨਾਲ ਦੁੱਖ ਪਾਪ ਦਾ ਨਾਸ ਹੁੰਦਾ। ਇਹ ਗੁਰੂ ਜੀ ਸਪਸ਼ਟ ਕਹਿ ਰਹੇ ਨੇ। ਸੁਣੇ ਦੇ 9ਵੀਂ ਪੌੜੀ ਨੂੰ ਅਸੀਂ ਕੰਪਲੀਟ ਕਰ ਚੁੱਕੇ, ਅਤੇ ਅਭੀ ਹੁਣ ਅਸੀਂ ਫਿਰ 10ਵੀਂ ਪੌੜੀ ਦਾ ਵੀ ਸੁਣੀਏ, ਕਿਉਂਕਿ ਇਹ ਸੁਣੇ ਦਾ ਹੀ ਪੌੜੀ ਚੱਲ ਰਿਹਾ ਅਤੇ ਇਹੋ ਲੜ ਚੱਲ ਰਿਹਾ ਕਿ ਸੁਣਨ ਦੇ ਨਾਲ ਕੀ ਸ਼ਕਤੀਆਂ ਮਿਲਦੀ, ਕੀ ਸਾਨੂੰ ਮਿਲਦਾ। ਸੁਣੇ ਸਤ ਸੰਤੋਖ ਗਿਆਨ, ਸੁਣੇ 68 ਕਾ ਇਸ਼ਨਾਨ, ਸੁਣੇ ਪੜ ਪਾਵੇ ਮਾਨ, ਸੁਣੇ ਲਾਗੇ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। In listening, one obtains the godly traits of contentment, enlightenment, and the generosity that marks true services. In listening, one gains is equivalent and more to the holy bathing of numerous pilgrimages. All the worldly prestige and power of one who is knowledgeable and educated is never sought, for that is accomplished naturally by the joining with him. In true listening without any effort or thought. For in listening one's mind is stilled and stabled, and a true meditative state is effortlessly enabled. The power of listening is ever so abundant. The listeners radiate with the inner happiness, cause listening has dissolved all sins and sadness. ਕਿੰਨੇ ਹੋਰ ਗੁਰੂ ਨੇ ਸਾਨੂੰ ਦੱਸਿਆ ਕਿ ਸੁਣਨ ਦੇ ਨਾਲ ਸੁਣਨ ਤੇ ਸਮਝਣ ਦੇ ਨਾਲ having heard, having listened, ਸੁਣੇ ਦਾ ਇਹ ਮਤਲਬ ਹੈ, ਮਤਲਬ ਸੁਣ ਲਿਆ, ਉਸ ਨੂੰ ਸਮਝ ਲਿਆ। ਅਤੇ ਸਤ ਸੰਤੋਖ ਗਿਆਨ, ਫਿਰ ਅਸੀਂ ਸਤ ਨੂੰ ਜਾਣ ਪਾਇਆ, ਸੰਤੋਖ ਨੂੰ ਪ੍ਰਾਪਤ ਕੀਤਾ, ਮਨ ਵਿੱਚ ਸੰਤੋਖ ਆ ਗਿਆ ਅਤੇ ਗਿਆਨ ਪ੍ਰਾਪਤ ਕੀਤਾ। ਸੁਣਨ ਦੇ ਨਾਲ ਇਹ ਸਾਰਾ ਸ਼ਕਤੀਆਂ ਸਾਡੇ ਵਿੱਚ ਆ ਗਈ। ਸੁਣੇ 68 ਕਾ ਇਸ਼ਨਾਨ। ਗੁਰੂ ਕਹਿੰਦੇ ਨੇ ਕਿ ਸੁਣਨ ਦੇ ਨਾਲ ਜਿਵੇਂ ਕਿ 68 ਇਸ਼ਨਾਨ ਕੀਤਾ ਹੈ, ਜਿਵੇਂ ਅਸੀਂ ਇੰਨੇ ਇਸ਼ਨਾਨ ਕਰਨ ਦੇ ਅਸੀਂ ਸਮਝਦੇ ਹਾਂ ਕਿ ਇੰਨੇ ਇਸ਼ਨਾਨ ਕਰਾਂਗੇ ਅਤੇ ਸਾਨੂੰ ਬਹੁਤ ਫਲ ਹੈ, ਅਤੇ ਗੁਰੂ ਕਹਿੰਦੇ ਨੇ ਕਿ ਸੁਣਨ ਦੇ ਨਾਲ ਉਸ ਤੋਂ ਜ਼ਿਆਦਾ ਫਲ ਹੈ। ਜਿਵੇਂ ਕਿ 68 ਇਸ਼ਨਾਨ ਕਰ ਬੈਠੇ ਹੋ, ਇੰਨਾ ਲਾਭ ਹੈ ਸੁਣਨ ਦਾ। ਰੱਬੀ ਗਿਆਨ ਸੁਣਨ ਦਾ ਇੱਥੇ ਗੱਲ ਹੋ ਰਹੀ ਹੈ। ਸੁਣੇ ਪੜ ਪਾਵੇ ਮਾਨ। ਅਸੀਂ ਸੁਣਨ ਦੇ ਨਾਲ ਫਿਰ ਸਾਡਾ ਦਿਲ ਕਰੇਗਾ ਕਿ ਅਸੀਂ ਪੜ੍ਹੀਏ, ਉਸਦੀ ਬਾਣੀ ਪੜ੍ਹੀਏ। ਮੈਂ ਵੀ ਮੁਰਲੀ ਸੁਣਦੀ ਹਾਂ, ਇਸ ਸੁਣ ਕੇ ਫਿਰ ਮੇਰਾ ਵੀ ਦਿਲ ਕਰਦਾ ਮੈਂ ਖੁਦ ਪੜ੍ਹ ਕੇ ਹੋਰ ਪਹਿਲਾਂ ਕੰਨ ਰਾਹੀਂ ਸੁਣਨੇ, ਫਿਰ ਅੱਖਾਂ ਰਾਹੀਂ ਪੜ੍ਹਾਂਗੇ, ਫਿਰ 2 ਇੰਦਰੀਆਂ ਕੰਮ ਕਰ ਰਹੇ ਹੋਣਗੇ।
ਤੇ ਜਦੋਂ ਅਸੀਂ ਬੋਲਦੇ ਹਾਂ ਫਿਰ 3 ਇੰਦਰੀਆਂ ਕੰਮ ਕਰ ਰਹੇ, ਪਹਿਲਾਂ ਸੁਣਿਆ, ਪੜ੍ਹਿਆ, ਫਿਰ ਅਸੀਂ ਬੋਲਿਆ। ਤੇ ਜਿੰਨੀ ਇੰਦਰੀਆਂ ਅਸੀਂ ਰੱਬ ਵਾਸਤੇ ਯੂਜ਼ ਕਰਾਂਗੇ ਉਹਨਾਂ ਅਸੀਂ ਹੋਰ ਸ਼ਕਤੀਸ਼ਾਲੀ ਬਣਾਂਗੇ। ਤੇ ਪੜ੍ਹ ਪਾਵੇ ਮਾਨ। ਤੇ ਗੁਰੂ ਜੀ ਇੱਥੇ ਕਹਿ ਰਹੇ ਨੇ ਕਿ ਪੜ੍ਹਨ ਦੇ ਨਾਲ, ਰੱਬੀ ਗਿਆਨ ਪੜ੍ਹਨ ਦੇ ਨਾਲ ਅਸੀਂ ਮਾਨ ਵੀ ਪਾ ਜਾਂਦੇ ਹਾਂ ਆਪਣੇ ਅੰਦਰ। ਅਸੀਂ ਸਮਝਦੇ ਹਾਂ, ਸੈਲਫ ਰਿਸਪੈਕਟ ਵੀ ਮਿਲ ਜਾਏਗਾ ਤੇ ਦੂਜੇ ਵੀ ਸਾਨੂੰ ਸਿਫਤ ਕਰਦੇ ਨੇ, ਦੁਨੀਆ ਵਿੱਚ ਮਾਣ ਵੈਸੇ ਹੀ ਮਿਲ ਜਾਂਦੀ ਹੈ। ਸੁਣੇ ਲਾਗੇ ਸਹਿਜ ਧਿਆਨ। ਸੁਣਨ ਦੇ ਨਾਲ ਧਿਆਨ ਵੀ ਬਹੁਤ ਆਰਾਮ ਨਾਲ ਲੱਗ ਜਾਂਦੀ ਹੈ, ਮਤਲਬ ਲਿਵ ਲੱਗ ਜਾਂਦੀ ਹੈ ਗੁਰੂ ਦੇ ਨਾਲ, ਸਹਿਜ ਹੋ ਜਾਂਦੀ ਹੈ ਸੁਣਨ ਦੇ ਨਾਲ। ਜਿਵੇਂ ਮੈਂ ਆਪ ਜੀ ਦੇ ਨਾਲ ਅਸੀਂ ਯੋਗ ਕਰਨੇ ਹਾਂ ਅਤੇ ਤੁਹਾਨੂੰ ਮੁਸ਼ਕਿਲ ਲੱਗਦੀ ਹੈ, ਜਿਵੇਂ ਗਾਈਡ ਕਰ ਰਹੀ ਹਾਂ ਮੈਂ ਜੋਤੀ ਬਿੰਦੂ, ਪਰਮਾਤਮਾ ਜੋਤੀ ਬਿੰਦੂ, ਅਸੀਂ ਮਨ ਦੇ ਸਕਰੀਨ ਦੇ ਉੱਤੇ ਮਿਲ ਰਹੇ। ਇਸ ਤੁਸੀਂ ਸੁਣ ਕੇ ਤੁਸੀਂ ਕਰ ਰਹੇ ਹੋ, ਧਿਆਨ ਲਗਾ ਰਹੇ ਹੋ ਅਤੇ ਆਸਾਨ ਹੋ ਗਿਆ ਨਾ। ਅਤੇ ਗੁਰੂ ਕਹਿ ਰਹੇ ਨੇ ਸੁਣੇ ਲਾਗੇ ਸਹਿਜ ਧਿਆਨ। ਅਤੇ ਇਸ ਵਾਸਤੇ ਗਾਈਡਡ ਮੈਡੀਟੇਸ਼ਨਸ ਅਸੀਂ ਕਰਨੇ ਆ ਤਾਂ ਕਿ ਉਹ ਸੁਣਨ ਦੇ ਨਾਲ ਹੋਰ ਆਸਾਨ ਤਰੀਕੇ ਨਾਲ ਅਸੀਂ ਧਿਆਨ ਕਰ ਸਕਨੇ ਹਾਂ। ਸਹਿਜ ਧਿਆਨ, ਲਾਗੇ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ। ਫਿਰ ਰਿਪੀਟ ਕਰ ਰਹੇ ਨੇ ਗੁਰੂ ਉਸਦੀ ਫਾਇਦਾ ਕਿ ਸਦਾ ਵਿਗਾਸ ਰਹਿਣਾ ਚਾਹੁੰਦੇ ਹੋ, ਭਗਤ ਬਣਨਾ ਚਾਹੁੰਦੇ ਹੋ ਤਾਂ ਸੁਣਨਾ ਪਏਗਾ। ਦੁੱਖ ਨੂੰ ਨਾਸ ਕਰਨਾ ਚਾਹੁੰਦੇ, ਪਾਪ ਨੂੰ ਨਾਸ ਕਰਨਾ ਚਾਹੁੰਦੇ ਤੇ ਸੁਣਨਾ ਪਏਗਾ। ਇੱਥੇ ਬਹੁਤ ਸੋਹਣੀ ਗੱਲ ਗੁਰੂ ਜੀ ਨੇ ਕੀਤੀ ਹੈ, ਸੁਣੇ ਲਾਗੇ ਸਹਿਜ ਧਿਆਨ। ਮਤਲਬ ਕਿ ਕਿੰਨਾ ਧਿਆਨ ਨੂੰ ਸਹਿਜ ਨਾਲ ਰੱਬ ਨੂੰ ਅਸੀਂ ਮਿਲ ਸਕਦੇ ਹਾਂ, ਬਸ ਜੇ ਅਸੀਂ ਸੁਣੀਏ ਉਸ ਦੀ ਗੱਲ ਨੂੰ। ਅਤੇ ਮੈਂ ਵੀ ਆਪ ਜੀ ਦੇ ਨਾਲ ਰੱਬੀ ਗਿਆਨ ਸੁਣਾ ਰਹੀ ਹਾਂ ਅਤੇ ਤੁਸੀਂ ਸੁਣ ਰਹੇ ਹੋ ਅਤੇ ਅਸੀਂ ਸੁਣੇ ਦੀ ਗੱਲ ਮੰਨ ਰਹੇ ਹਾਂ, ਮਤਲਬ ਗੁਰੂ ਦੀ ਗੱਲ ਨੂੰ ਮੰਨ ਰਹੇ ਹਾਂ, ਕਰ ਰਹੇ ਹਾਂ। ਸੁਣੇ ਦੀ ਗੱਲ ਹੋ ਰਹੀ ਹੈ ਅਤੇ ਤੁਸੀਂ ਦਰਸ਼ਕੋ ਸੁਣ ਰਹੇ ਹੋ ਅਤੇ ਮੈਂ ਵੀ ਸੁਣ ਰਹੀ ਹਾਂ। ਮੈਂ ਬੋਲ ਰਹੀ ਹਾਂ ਪਰ ਕੰਨ ਵੀ ਤਾਂ ਸੁਣ ਰਹੇ, ਮੇਰੀ ਮਨ ਵੀ ਤਾਂ ਜੋ ਮੈਂ ਬੋਲ ਰਹੀ ਉਹ ਸੁਣ ਰਹੇ। ਅਤੇ ਅਸੀਂ ਦੋਨੋਂ ਸਾਰੇ ਅਸੀਂ ਇਸ ਤੋਂ ਲਾਭ ਲੈ ਰਹੇ ਹਾਂ। ਸ਼ੁਕਰ ਉਸ ਦਾਤੇ ਦੇ, ਗੁਰ ਕਿਰਪਾ। ਅੱਜ ਦੀ ਇਸ ਐਪੀਸੋਡ ਦੇ ਵਕਤ ਅਨੁਸਾਰ ਟਾਈਮ ਹੋ ਚੁੱਕਿਆ ਹੈ। ਥੈਂਕ ਯੂ, ਆਪ ਜੀ ਸਾਥ ਦਿੱਤਾ ਹੈ। 10ਵੀਂ ਪੌੜੀ ਤੱਕ ਕੰਪਲੀਟ ਕਰ ਚੁੱਕੇ ਹਾਂ। ਓਮ ਸ਼ਾਂਤੀ, ਸਤਿ ਸ੍ਰੀ ਅਕਾਲ।